किसान वीरो प्रोग्राम मेरा पिंड मेरे खेत तुहाडा स्वागत करते हैं। किसानी दीयां लोड़ां, पशु धन दीयां लोड़ां ते इन्हां नाल जुड़े हरेक मसले संबंधी असीं अपने किसान वीरां नूं जागरूक करते रहंदे हां। ते अज किसान वीरो असीं तुहाडे नाल गलबात करांगे पशु पौष्टिकता जागरूकता हफ्ता। पशुआं दीयां सेहत संबंधी लोड़ां जिहड़ियां उहदे च खुराक जिहड़ी बड़ी अहम है। ते अज असीं आए हां गुरु अंगद देव वैटरनरी ते एनीमल साइंस यूनिवर्सिटी लुधियाना विखे। साडे नाल ने डॉक्टर रविंदर सिंह गरेवाल जो कि इत्थों के जोड़े पशु धन फार्म ने उन्होंने निर्देशक ने ते नाल दे नाल ये पशुओं की आहार या पौष्टिकता के जोड़े माहर भी ने। डॉक्टर साहब तुहाडा स्वागत करते हैं जी। डॉक्टर साहब जोड़ा एक ये पशु धन पौष्टिकता जागरूकता हफ्ता जोड़ा मनाया जा रहा यूनिवर्सिटी वालों, ये पिछे की मंतव या प्रयोजन सी काहदे करके जोड़ा तुसीं ये सोचा कि इहो जिहा हफ्ता सानूं मनाउण दी लोड़ है? हाँ जी हरप्रीत जी, इस तरह जिस तरह सारे किसान वीर भी जानते हैं, तुसीं भी भली भांत वाकफ हो कि ਜਿਹੜਾ ਆਹਾਰ ਆ ਖੁਰਾਕ ਆ ਉਹ ਆਪਾਂ ਸਾਰੇ ਇਨਸਾਨਾਂ ਦੇ ਵਿੱਚ ਵੀ ਪਤਾ ਕਿ ਉਹ ਸਿਹਤ ਲਈ ਪੱਖੋਂ ਬਹੁਤ ਅਹਿਮ ਚੀਜ਼ ਆ। ਇਸੇ ਤਰ੍ਹਾਂ ਪਸ਼ੂਆਂ ਦੇ ਵਿੱਚ ਆ ਜਿਹੜਾ ਆਹਾਰ ਆ ਖੁਰਾਕ ਆ ਜਿਹਨੂੰ ਆਪਾਂ ਨਿਊਟ੍ਰੀਸ਼ਨ ਕਹਿੰਦੇ ਆ, ਉਹ ਨਾ ਸਿਰਫ ਸਿਹਤ ਨੂੰ ਸਹੀ ਰੱਖਣ ਲਈ ਪਸ਼ੂ ਦੇ ਮਹੱਤਵਪੂਰਨ ਆ, ਬਲਕਿ ਜਿਹੜਾ ਕਿਸਾਨ ਦਾ ਪ੍ਰੋਫਿਟ ਆ ਜਿਹਨੂੰ ਮੁਨਾਫਾ ਕਹਿੰਦੇ ਆ, ਜਿਹਦੇ ਵਿੱਚ ਦੁੱਧ ਉਤਪਾਦਨ ਆ, ਉਹਨੂੰ ਨਿਰਧਾਰਿਤ ਕਰਨ ਦੇ ਵਿੱਚ ਵੀ ਬਹੁਤ ਅਹਿਮ ਰੋਲ ਅਦਾ ਕਰਦਾ। ਜਿਹੜਾ ਇੱਕ ਡੇਅਰੀ ਫਾਰਮ ਦਾ ਕੁੱਲ ਖਰਚਾ ਵਾ ਉਹਦੇ ਵਿੱਚ ਤਕਰੀਬਨ 70% ਤੱਕ ਆ ਜਿਹੜਾ ਉਹ ਖੁਰਾਕ 'ਤੇ ਹੁੰਦਾ ਵਾ। ਇਸ ਕਰਕੇ ਜਿਹੜਾ ਖੁਰਾਕ ਦਾ ਖਰਚਾ ਘਟਾਉਣ ਦੀ ਗੱਲ ਆ ਜਾਂ ਸੰਤੁਲਿਤ ਖੁਰਾਕ ਕੇ ਵੱਧ ਉਤਪਾਦਨ ਲੈਣ ਦੀ ਗੱਲ ਆ, ਉਹਦੇ ਵਿੱਚ ਇੱਕ ਉਹਨੂੰ ਇੱਕ ਪ੍ਰਸਾਰਨ ਲਈ ਇੱਕ ਪਸ਼ੂ ਆਹਾਰ ਵੀਕ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ 22 ਫਰਵਰੀ ਤੋਂ 26 ਫਰਵਰੀ ਤੱਕ। ਤੇ ਤਾਂ ਕਿ ਜਿਹੜੇ ਕਿਸਾਨ ਵੀਰ ਨੇ ਪਸ਼ੂ ਪਾਲਕ ਵੀਰ ਨੇ ਉਹ ਆਹਾਰ ਦੇ ਪ੍ਰਤੀ ਪਸ਼ੂਆਂ ਦੇ ਜਾਗਰੂਕ ਹੋਣ, ਸੰਤੁਲਿਤ ਖੁਰਾਕ ਦੇਣ ਤਾਂ ਕਿ ਪਸ਼ੂ ਦੀ ਸਿਹਤ ਵੀ ਠੀਕ ਰਹੇ ਤੇ ਉਹਦੀ ਜਿਹੜੀ ਉਤਪਾਦਕਤਾ ਹੈਗੀ ਆ ਉਹ ਵੀ ਵੱਧ ਤੋਂ ਵੱਧ ਹੋਵੇ। ਡਾਕਟਰ ਸਾਹਿਬ ਤੁਸੀਂ ਬੜੀ ਮਹੱਤਵਪੂਰਨ ਜਿਹੜੀ ਜਾਣਕਾਰੀ ਦਿੱਤੀ ਕਿ ਲਗਭਗ 70% ਖਰਚਾ ਜਿਹੜਾ ਵਾ ਉਹ ਪਸ਼ੂ ਪਾਲਣ ਦੇ ਵਿੱਚ ਜਿਹੜਾ ਉਹ ਪਸ਼ੂ ਖੁਰਾਕ 'ਤੇ ਆ ਜਾਂਦਾ। ਤੇ ਦੂਸਰੀ ਗੱਲ ਮੈਨੂੰ ਇਹ ਵੀ ਬੜੀ ਚੰਗੀ ਲੱਗੀ ਕਿ ਬੜੀ ਸੰਵੇਦਨਸ਼ੀਲਤਾ ਜਿਹੜੀ ਵਿਖਾਈ ਜਾ ਰਹੀ ਆ कि असी पशुओं की जी खुराक तो पौष्टिकता बारे भी जोड़ा वा अपने किसान वीरां जागरूक करते रहिए। क्यों कई बार आम होंदा भी चलो ये ढोर डंगर ही आ किहड़ी गल आ, पर इस गल्लों जोड़ा मैं यूनिवर्सिटी नूं जोड़ा वा वो शलाघा करदा कि तुसीं इस तरीके दा जोड़ा यतन कीता है। हुण डॉक्टर साहब गल आ जांदी कि आपां जदों 70% खर्चा जोड़ा खुराक ते करदे आ ते फिर किस तरीके दे नाल जोड़ा वा वो सानूं अपना डेयरी फार्म आ उहदा इहो जिहा सुचज्जा प्रबंध करना चाहिए भी आपां खुराक भी पशु नूं पूरी कर सकीए ਤੇ ਨਾਲ ਦੇ ਨਾਲ ਇਹ ਆ ਵੀ ਆਪਣੇ ਖਰਚੇ ਘਟਾਉਣ ਵਾਸਤੇ ਪਾਸੇ ਵੀ ਵਿਉਂਤਬੰਦੀ ਕਰ ਸਕੀਏ। ਹਾਂਜੀ, ਸਾਡਾ ਜਿਹੜਾ ਇਹ ਹਫ਼ਤਾ ਮਨਾਉਣ ਦਾ ਮੁੱਖ ਮੰਤਵ ਇਹੀ ਆ ਕਿ ਜਿਹੜੇ ਕਿਸਾਨ ਵੀਰ ਇਸ ਐਸਪੈਕਟ ਪ੍ਰਤੀ ਜਾਗਰੂਕ ਹੋਣ। ਜਿੱਥੋਂ ਤੱਕ ਖੁਰਾਕ ਤੇ ਖਰਚਾ ਜਾਂ ਉਹਨੂੰ ਘਟਾਉਣ ਦਾ ਹੈਗਾ ਸੰਬੰਧ, ਉਹ ਇਸ ਤਰ੍ਹਾਂ ਕਿ ਜਦੋਂ ਆਪਾਂ ਸੰਤੁਲਿਤ ਖੁਰਾਕ ਪਾਉਂਦੇ ਆ ਉਹਦੇ ਵਿੱਚ ਦੋ ਗੱਲਾਂ ਧਿਆਨ ਰੱਖਿਆ ਜਾਂਦਾ। ਇੱਕ ਤਾਂ ਪਸ਼ੂ ਦੀ ਜਿਹੜੀਆਂ ਖੁਰਾਕੀ ਲੋੜਾਂ ਨੇ ਉਹ ਪੂਰੀਆਂ ਹੋ ਸਕਣ ਹਰੇਕ ਜਿਹੜੇ ਖੁਰਾਕੀ ਤੱਤ ਜਾਂ ਨਿਊਟ੍ਰੀਐਂਟ ਬਾਰੇ। ਦੂਸਰਾ ਜਿਹੜਾ ਉਹ ਲੋੜਾਂ ਨੇ ਉਹ ਘੱਟ ਤੋਂ ਘੱਟ ਖਰਚੇ 'ਚ ਪੂਰੀਆਂ ਹੋਣ। ਇਸ ਤਰ੍ਹਾਂ ਕਿ ਆਪਾਂ ਜੇ ਪਸ਼ੂ ਨੂੰ ਜਨਮ ਸਮੇਂ ਤੋਂ ਉਹਦੀ ਇੱਕ ਲਾਈਫ ਸਾਈਕਲ ਦੀ ਗੱਲ ਕਰੀਏ, ਉਹਦੇ ਵਿੱਚ ਜਿਹੜਾ ਆਹਾਰ ਦਾ ਕੀ ਰੋਲ ਆ ਜਾਂ ਨਿਊਟ੍ਰੀਸ਼ਨ ਦਾ ਕੀ ਰੋਲ ਆ, ਜਦੋਂ ਕੱਟੀ ਜਾਂ ਵੱਛੀ ਪੈਦਾ ਹੁੰਦੀ ਆ ਤੇ ਸਾਡਾ ਜਿਹੜਾ ਉਹ ਜਦੋਂ ਤੱਕ ਉਹ ਸੂੰਦੀ ਨਹੀਂ ਉਦੋਂ ਤੱਕ ਦਾ ਜਿਹੜਾ ਖਰਚਾ ਵਾ ਉਹ ਇੱਕ ਇਨਵੈਸਟਮੈਂਟ ਆ, ਉਹ ਕਹਿ ਲਓ ਵੀ ਉਹਦਾ ਕੋਈ ਰਿਟਰਨ ਉਦੋਂ ਨਹੀਂ ਆਉਂਦੀ। ਤੇ ਸਾਨੂੰ ਇਸ ਤਰ੍ਹਾਂ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜਾ ਉਹ ਕੱਟੀ ਆ ਜਾਂ ਵੱਛੀ ਆ ਉਹ ਛੇਤੀ ਤੋਂ ਛੇਤੀ ਵੱਧ ਫੁੱਲ ਕੇ ਪੂਰਾ ਉਹਦਾ ਬੋਡੀ ਵੇਟ ਹੋ ਕੇ ਉਹ ਗੱਭਣ ਹੋਵੇ ਤੇ ਉਸ ਤੋਂ ਬਾਅਦ ਦੁੱਧ ਦੇਣਾ ਸ਼ੁਰੂ ਕਰੇ। ਹੁਣ ਜੇ ਆਪਾਂ ਇੱਕ ਉਦਾਹਰਨ ਲਈਏ ਕਿ ਆਮ ਜਿਹੜੇ ਕਿਸਾਨ ਵੀਰ ਕਈ ਨਹੀਂ ਧਿਆਨ ਰੱਖਦੇ ਇੰਨਾ, ਉਹਨਾਂ ਦੀ ਕੱਟੀ ਸੂਣ ਦੇ ਵਿੱਚ ਆ ਤਕਰੀਬਨ ਉਹ 4 ਸਾਲ ਤੱਕ ਵੀ ਲੈ ਜਾਂਦੀ ਆ, 3.5-4 ਸਾਲ ਲੈ ਜਾਂਦੀ ਆ। ਤੇ ਜਿਹੜਾ ਪੂਰਾ ਧਿਆਨ ਰੱਖਦੇ ਆ, ਪੂਰੀ ਵਧੀਆ ਤਰ੍ਹਾਂ ਪਾਲਦੇ ਆ, ਦੁੱਧ ਪਿਲਾ ਕੇ ਉਹਨੂੰ ਚੰਗੀ ਸੰਤੁਲਿਤ ਖੁਰਾਕ ਦਿੰਦੇ ਆ, ਉਹ ਜਿਹੜਾ ਸੂਣ ਦੀ ਜਿਹੜੀ ਉਮਰ ਆ ਉਹ 3 ਸਾਲ ਤੋਂ ਵੀ ਕੱਟੀ ਦੀ ਘਟ ਜਾਂਦੀ ਆ। ਇਸੇ ਤਰ੍ਹਾਂ ਵੱਛੀਆਂ ਦੀ ਗੱਲ ਆ, ਵੱਛੀਆਂ ਦੇ ਵਿੱਚ ਜੇ ਚੰਗੀ ਖੁਰਾਕ ਨਾਲ ਉਹਨੂੰ ਸੰਤੁਲਿਤ ਖੁਰਾਕ ਨਾਲ ਪਾਲਦੇ ਆ, ਜਿਹੜੀ ਦੁੱਧ ਪਹਿਲੇ ਸੂਏ ਸੂਣ ਦੀ ਉਮਰ ਆ ਉਹ ਤਕਰੀਬਨ 2 ਸਾਲ 'ਤੇ ਆ ਜਾਂਦੀ ਆ। ਲੇਕਿਨ ਜੇ ਉਹਨੂੰ ਚੰਗੀ ਤਰ੍ਹਾਂ ਨਹੀਂ ਆਪਾਂ ਧਿਆਨ ਰੱਖਦੇ ਉਹ 3 ਸਾਲ ਜਾਂ ਇਸ ਤੋਂ ਵੀ ਜ਼ਿਆਦਾ ਲੰਬਾ ਸਮਾਂ ਲੈ ਜਾਂਦੀ ਆ। ਹੁਣ ਜੇ ਇੰਨਾ ਲੰਬਾ ਸਮਾਂ ਬਿਨਾਂ ਦੁੱਧ ਦਿੱਤੇ ਤੋਂ ਪਸ਼ੂ ਖੜਾ ਰਹੂਗਾ ਤਾਂ ਖਰਚਾ ਆਪੇ ਵਧਣਾ। ਤੇ ਇਹ ਇੱਕ ਰਫ ਜਿਹਾ ਐਸਟੀਮੇਟ ਆ, ਜੇ ਇੱਕ ਬੱਚੀ ਜਾਂ ਕੱਟੀ 1 ਮਹੀਨਾ
ਉਹ ਅੱਗੇ ਸੂਣ 'ਚ ਟਾਈਮ ਵੱਧ ਲੈਂਦੀ ਆ, 1 ਮਹੀਨਾ, ਸਿਰਫ 1 ਮਹੀਨਾ, ਤਾਂ ਤਕਰੀਬਨ 3 ਤੋਂ 5000 ਰੁਪਈਆ ਖਰਚਾ ਵੱਧ ਜਾਂਦਾ ਜੀ। ਤੇ ਹੁਣ ਜੇ 5-6 ਮਹੀਨੇ ਇੱਕ ਕੱਟੀ ਜਾਂ ਵੱਛੀ ਵੱਧ ਲੈ ਗਈ ਤਾਂ ਉਹ ਖਰਚਾ ਕਾਫੀ ਨੁਕਸਾਨ ਹੁੰਦਾ ਪਸ਼ੂ ਨੂੰ, ਕਿਸਾਨ ਵੀਰ ਦਾ, ਜਿਹੜਾ ਕਿ ਆਮ ਕਿਸਾਨ ਵੀਰ ਸੋਚਦੇ ਨਹੀਂ। ਸਾਡੀ ਇਹ ਗੁਜ਼ਾਰਿਸ਼ ਆ ਕਿ ਤੁਸੀਂ ਪੂਰਾ ਉਹਦੀ ਗਿਣਤੀ ਮਿਣਤੀ ਨਾਲ ਕਿੰਨਾ ਖਰਚਾ ਆ ਰਿਹਾ ਤੇ ਉਹਦੇ ਤੇ ਕੱਟੀ ਜਾਂ ਵੱਛੀ ਤੇ ਕਿੰਨਾ ਉਹਨੂੰ 1 ਮਹੀਨੇ ਦਾ ਆ ਰਿਹਾ, ਤੇ ਉਹ ਸਾਰਾ ਧਿਆਨ ਵਿੱਚ ਰੱਖ ਕੇ ਕਰਨਾ। ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ, ਉਸ ਤੋਂ ਬਾਅਦ ਦੁੱਧ ਦੇਣ ਵਾਲਾ ਪਸ਼ੂ ਆ, ਸੰਤੁਲਿਤ ਖੁਰਾਕ ਦੇਵਾਂਗੇ ਤਾਂ ਉਹਦੀ ਜਿਹੜੀ ਕਪੈਸਿਟੀ ਆ ਦੁੱਧ ਦੇਣ ਦੀ ਉਹ ਪੂਰੀ ਹੋਊਗੀ। ਜੇ ਕੋਈ ਗਾਂ ਵਾ 40 ਕਿਲੋ ਦੁੱਧ ਦੇਣ ਵਾਲੀ ਕਪੈਸਿਟੀ ਆ, ਮੱਝ ਆ ਉਹ 18 ਕਿਲੋ ਵਾਲੀ ਜਾਂ 15 ਕਿਲੋ ਵਾਲੀ ਆ, ਜੇ ਉਹਦੇ ਮੁਤਾਬਕ ਖੁਰਾਕ ਦੇਵਾਂਗੇ ਤਾਂ ਹੀ ਉਹਨਾਂ ਪੂਰਾ ਦੁੱਧ ਦਊਗੀ। ਜੇ ਨਸਲ ਹੈਗੀ ਆ, ਕਪੈਸਿਟੀ ਹੈਗੀ, ਅਸੀਂ ਖੁਰਾਕ ਨਹੀਂ ਦਿੱਤੀ ਤਾਂ ਦੁੱਧ ਨਹੀਂ ਦੇਗੀ। ਤੇ ਹੁਣ ਜਿਸ ਤੋਂ ਖਰਚੇ ਘਟਾਉਣ ਦੀ ਗੱਲ ਆ, ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਛੋਟੇ ਕਟਰੂ ਨੂੰ ਆਪਾਂ ਜ਼ਰੂਰ ਉਹਦਾ ਜਿਹੜਾ ਦੁੱਧ ਆ ਪੂਰਾ ਪਿਲਾਉਣਾ, ਤਕਰੀਬਨ ਭਾਰ ਦਾ 10ਵਾਂ ਹਿੱਸਾ 4 ਕਿਲੋ ਤੋਂ ਸ਼ੁਰੂ ਕਰਨਾ, 3.5-4 ਕਿਲੋ ਤੋਂ, ਤੇ ਪਹਿਲੇ 4 ਮਹੀਨੇ ਉਹਨੂੰ ਮਾਂ ਦਾ ਦੁੱਧ ਜ਼ਰੂਰ ਪਿਲਾਉਣਾ। ਤੇ ਕਾਫ ਸਟਾਰਟਰ ਆ ਜਿਹੜਾ ਵੰਡ ਆ, ਉਹ 10ਵੇਂ ਦਿਨ ਤੋਂ ਸ਼ੁਰੂ ਕਰਨਾ, ਸੰਤੁਲਿਤ ਵੰਡ। ਤੇ ਜਿਹੜਾ ਹਰਾ ਪੱਠਾ ਵਾ, ਵਧੀਆ ਕੁਆਲਿਟੀ ਦਾ ਹਰਾ ਪੱਠਾ, ਉਹ ਤਕਰੀਬਨ 15 ਜਾਂ 20 ਦਿਨ ਤੋਂ ਆਪਾਂ ਸ਼ੁਰੂ ਕਰ ਸਕਦੇ ਹਾਂ। ਲੇਕਿਨ ਜਿਹੜਾ ਤੂੜੀ ਜਾਂ ਸਾਈਲੇਜ ਆ, ਇਹ 4 ਮਹੀਨੇ ਤੋਂ ਬਾਅਦ ਸ਼ੁਰੂ ਕਰਨਾ। ਤੇ ਇਸੇ ਤਰ੍ਹਾਂ ਜੇ ਖਰਚੇ ਘਟਾਉਣ ਦੀ ਗੱਲ ਕਰੀਏ ਖੁਰਾਕ ਦੀ, ਤਾਂ ਜਿਹੜਾ ਹਰਾ ਚਾਰਾ ਜਾਂ ਸਾਈਲੇਜ ਆ, ਇਹਦੀ ਗੁਣਵੱਤਾ ਵੱਲ ਵੱਧ ਧਿਆਨ ਦੇਵਾਂਗੇ ਤਾਂ ਦੁੱਧ ਉਤਪਾਦਨ ਦੇ ਜਾਂ ਪਸ਼ੂ ਪਾਲਣ ਦੇ ਖਰਚੇ ਘਟ ਸਕਦੇ ਆ। ਤੇ ਇਸੇ ਇੱਕ ਹੋਰ ਬਹੁਤ ਖਰਚੇ ਘਟਾਉਣ ਦੀ ਜਿਹੜੀ ਖੁਰਾਕ ਦੀ ਸੰਬੰਧੀ ਗੱਲ ਆ, ਉਹ ਇਹ ਆ ਕਿ ਹਰੇਕ ਪਸ਼ੂ ਨੂੰ ਉਹਦੀ ਲੋੜ ਮੁਤਾਬਕ ਹੀ ਦਈਏ। ਇੱਕ ਕੱਟੀ ਵੱਛੀ ਆ, ਉਹਦੀ ਕੀ ਲੋੜ ਆ ਉਹਦੇ ਮੁਤਾਬਕ ਦਈਏ। ਇੱਕ ਦੁੱਧ ਦੇਣ ਵਾਲੀ ਪਸ਼ੂ ਆ, ਉਹਦੇ ਮੁਤਾਬਕ ਦਈਏ। ਇਸ ਤੋਂ ਬਿਨਾਂ ਇੱਕ ਸੂਣ ਵਾਲਾ ਪਸ਼ੂ ਆ, ਉਹਨੂੰ ਜਿਹੜੀ ਉਹ ਲੋੜ ਆ ਉਹ ਦਈਏ। ਹਰੇਕ ਦੀਆਂ ਲੋੜਾਂ ਵੱਖਰੀਆਂ ਵੱਖਰੀਆਂ ਨੇ, ਸਾਰਿਆਂ ਨੂੰ ਇੱਕੋ ਖੁਰਾਕ ਨਾ ਪਾਈਏ। ਲੋੜ ਮੁਤਾਬਕ ਉਹਦੀ ਕੀ ਸਟੇਜ ਆ, ਉਸ ਮੁਤਾਬਕ ਖੁਰਾਕ ਬਣਾਈਏ ਤੇ ਉਹਦੇ ਵਿੱਚ ਕੀ ਪੈਣੇ ਆ ਖੁਰਾਕੀ ਤੱਤ, ਉਸ ਮੁਤਾਬਕ ਪਾਈਏ। ਡਾਕਟਰ ਸਾਹਿਬ, ਜਿਵੇਂ ਮੈਂ ਤੁਹਾਡੀ ਗੱਲ 'ਚੋਂ ਜੋ ਸਮਝਿਆ ਕਿ ਅਸੀਂ ਇੱਕ ਵੱਖੋ ਵੱਖਰੀ ਵਰਗ ਸ਼੍ਰੇਣੀ ਬਣਾ ਕੇ ਜਿਹੜਾ ਵਾ ਉਹ ਚੱਲੀਏ, ਤੇ ਤਾਂ ਅਸੀਂ ਆਪਣੇ ਖਰਚਿਆਂ ਨੂੰ ਕਾਬੂ ਦੇ ਵਿੱਚ ਵੀ ਲਿਆ ਸਕਦੇ ਹਾਂ। ਇਹ ਨਹੀਂ ਕਿ ਜਿਹੜਾ ਪੁਰਾਣਾ ਸਾਡਾ ਪਰੰਪਰਾਗਤ ਸਿਸਟਮ ਚੱਲਦਾ ਵੀ ਸਾਰਿਆਂ ਨੇ ਇੱਕੋ ਖੁਰਲੀ 'ਤੇ ਬੰਨ੍ਹਤਾ ਅਤੇ ਇੱਕੋ ਜਿਹੜੀ ਖੁਰਾਕ ਦੇ ਦਿੱਤੀ। ਹੁਣ ਡਾਕਟਰ ਸਾਹਿਬ, ਇਹਦੇ 'ਚ ਤੁਸੀਂ ਜ਼ਿਕਰ ਕੀਤਾ ਜਿਵੇਂ ਸਾਈਲੇਜ ਦਾ ਜਾਂ ਹਰੇ ਚਾਰਿਆਂ ਦੇ ਚਾਰ ਦਾ, ਅਜੇ ਵੀ ਮੈਂ ਵੇਖਦਾ ਕਿ ਸਾਡਾ ਜਿਹੜਾ ਪਸ਼ੂ ਧਨ ਆ, ਉਹ ਜਿੱਥੇ ਤੇ ਇਹ ਪੇਸ਼ੇਵਰ ਢੰਗ ਦੇ ਅਪਣਾ ਲਿਆ ਗਿਆ ਵਾ, ਜਿੱਥੇ ਵੱਡੇ ਡੇਅਰੀ ਫਾਰਮ ਨੇ, ਉੱਥੇ ਇਸ ਚੀਜ਼ ਨੂੰ ਕਾਫੀ ਅਪਣਾ ਲਿਆ ਗਿਆ ਵੀ ਹਰੇ ਚਾਰਿਆਂ ਦਾ ਚਾਰ ਦਿੱਤਾ ਜਾਏ। ਮੈਂ ਇੱਥੇ ਤੁਹਾਡੇ ਨਾਲ ਇਹ ਗੱਲ ਕਰਨਾ ਚਾਹੁੰਦਾ ਵੀ ਜਿਹੜੇ ਛੋਟੇ ਸਾਡੇ ਕੋਈ ਜ਼ਿਮੀਂਦਾਰ ਨੇ, ਜਿਨ੍ਹਾਂ ਕੋਈ 2, 4, 5 ਡੰਗਰ ਰੱਖੇ ਆ, ਕਿ ਉਹ ਵੀ ਇਸ ਚੀਜ਼ ਨੂੰ ਅਪਣਾ ਸਕਦੇ ਆ ਤੇ ਛੋਟੇ ਪੱਧਰ 'ਤੇ ਵੀ ਇਹਦਾ ਜਿਹੜਾ ਕੋਈ ਵਰਤੋਂ ਦੇ ਵਿੱਚ ਲਿਆ ਸਕਦੇ ਨੇ ਜੀ? ਹਾਂਜੀ ਬਿਲਕੁਲ। ਜੇ ਅਸੀਂ ਸਾਈਲੇਜ ਜਾਂ ਹਰੇ ਚਾਰੇ ਦੀ ਗੁਣਵੱਤਾ ਵੱਲ ਧਿਆਨ ਨਹੀਂ ਦੇਵਾਂਗੇ ਤਾਂ ਸਾਡੇ ਖਰਚੇ ਜਿਹੜੇ ਦੁੱਧ ਉਤਪਾਦਨ ਦੇ ਕਦੇ ਨਹੀਂ ਘਟ ਸਕਦੇ, ਉਹ ਹਮੇਸ਼ਾ ਜ਼ਿਆਦਾ ਹੋਣਗੇ, ਸਾਡਾ ਪ੍ਰੋਫਿਟ ਘਟੂਗਾ। ਹਰੇ ਚਾਰੇ ਦੀ ਗੁਣਵੱਤਾ ਜਿਹੜੀ ਸਾਰਾ ਸਾਲ ਇੱਕੋ ਜਿਹੀ ਰਹੇ, ਉਹਦੇ ਲਈ ਸਾਈਲੇਜ ਆ ਜਿਹੜਾ ਉਹ ਬਹੁਤ ਜ਼ਰੂਰੀ ਸਾਧਨ ਆ। ਕੋਈ ਵੀ ਦੁੱਧ ਉਤਪਾਦਕ ਵੀਰ ਆ, ਉਹਨੂੰ ਅਚਾਰ ਜਾਂ ਸਾਈਲੇਜ ਬਾਰੇ ਜ਼ਰੂਰ ਸੋਚਣਾ ਚਾਹੀਦਾ। ਜਦੋਂ ਹਰੇ ਚਾਰੇ ਦਾ ਸੀਜ਼ਨ ਹੁੰਦਾ ਜਾਂ ਹਰੇ ਚਾਰੇ ਦੀ ਬਹੁਤਾਤ ਹੁੰਦੀ ਆ, ਜਿਸ ਤਰ੍ਹਾਂ ਅੱਜ ਕੱਲ੍ਹ ਹੁਣ ਮਾਰਚ ਦੇ ਵਿੱਚ ਜਮੀ ਕਾਫੀ ਸਸਤੀ ਮਿਲਦੀ ਆ ਜਾਂ ਕਾਫੀ ਵਾਧੂ ਹੁੰਦੀ ਆ ਫਾਰਮਰ ਕੋ, ਉਹਦਾ ਆਪਾਂ ਅਚਾਰ ਬਣਾ ਸਕਦੇ ਹਾਂ, ਸਾਈਲੇਜ ਬਣਾ ਸਕਦੇ ਹਾਂ। ਇਸੇ ਤਰ੍ਹਾਂ ਮਈ ਦੇ ਵਿੱਚ, ਮਈ ਜਾਂ ਜੂਨ ਦੇ ਵਿੱਚ ਮੱਕੀ ਜਿਹੜੀ ਚੌਲ ਬੀਜਣੇ ਹੁੰਦੇ ਆ, ਜੀਰੀ ਬੀਜਣੀ ਆ, ਉਸ ਤੋਂ ਪਹਿਲਾਂ ਮੱਕੀ ਵੱਢਦੇ ਆ ਲੋਕ, ਆਲੂਆਂ ਦੀ ਜਗ੍ਹਾ ਬੀਜੀ ਹੁੰਦੀ ਆ, ਉਹ ਕਾਫੀ ਮਾਰਕੀਟ ਦੇ ਵਿੱਚ ਆਉਂਦੀ ਆ। ਜਾਂ ਜਿਨ੍ਹਾਂ ਨੇ ਬੀਜੀ ਹੋਈ ਆ, ਉਹ ਆਪਣਾ ਸਾਈਲੇਜ ਬਣਾ ਕੇ ਰੱਖ ਸਕਦੇ ਆ। ਜਾਂ ਜਿਹੜੇ ਸਾਰਾ ਸਾਲ ਹਰਾ ਚਾਰਾ ਵੀ ਲੈਂਦੇ ਇੱਕੋ ਜ਼ਮੀਨ ਤੋਂ, ਉਹ ਵੀ ਜੇ ਇਕੱਠਾ ਵੱਢ ਕੇ ਸਾਈਲੇਜ ਬਣਾ ਲੈਣ ਸਹੀ ਸਟੇਜ 'ਤੇ, ਤਾਂ ਉਹਦੇ ਨਾਲ ਪ੍ਰਤੀ ਏਕੜ ਜਿਹੜਾ ਹਰਾ ਚਾਰੇ ਦਾ ਝਾੜ ਆ ਉਹ ਵੱਧ ਲਿਆ ਜਾ ਸਕਦਾ। ਅਤੇ ਉਹਦੀ ਜਿਹੜੀ ਕੁਆਲਿਟੀ ਆ ਉਹ ਵੀ ਸਹੀ ਇੱਕੋ ਵਰਗੀ ਸਾਰਾ ਸਾਲ ਆਪਾਂ ਇੱਕੋ ਜਿਹੀ ਕੁਆਲਿਟੀ ਦੇ ਸਕਦੇ ਹਾਂ। ਹੁਣ ਕੀ ਹੁੰਦਾ ਕਿ ਕਿਸਾਨ ਵੀਰ ਹਰਾ ਚਾਰਾ ਬੀਜ ਕੇ ਉਹਨੂੰ ਵੱਢਣਾ ਸ਼ੁਰੂ ਕਰ ਦਿੰਦੇ ਆ, ਉਹ ਜਦੋਂ ਸ਼ੁਰੂ ਕਰਦੇ ਆ ਉਦੋਂ ਨਰਮ ਹੁੰਦਾ, ਜਦੋਂ ਤੱਕ ਉਹ ਖਤਮ ਹੁੰਦਾ ਪੱਕ ਜਾਂਦਾ, ਉਹਦੀ ਕੁਆਲਿਟੀ ਆ ਜਿਹੜੀ ਉਹ ਬਹੁਤ ਡਿਟੀਰੀਓਰੇਟ, ਜਿਹਨੂੰ ਕਹਿੰਦੇ ਮਾੜੀ ਹੋ ਜਾਂਦੀ ਹੈ ਜਦੋਂ ਪੱਕ ਜਾਂਦਾ, ਬਾਜਰਾ ਜਾਂ ਚਰੀ ਜਾਂ ਮੱਕੀ। ਅਤੇ ਸਾਈਲੇਜ ਜਿਹੜਾ ਆਪਾਂ ਸਹੀ ਸਟੇਜ 'ਤੇ ਉਹਨੂੰ ਵੱਢ ਕੇ ਪਾ ਸਕਦੇ। ਛੋਟੇ ਕਿਸਾਨ ਵੀਰਾਂ ਲਈ ਉਹ ਇੱਕ ਪੋਲੀ ਬੈਗ ਸਾਈਲੇਜ ਜਿਹਨੂੰ ਆਪਾਂ ਕਹਿੰਦੇ ਆ, ਉਹ 5 ਜਾਂ 6 ਕੁਇੰਟਲ ਦੇ ਪੋਲੀ ਬੈਗ ਮਿਲਦੇ ਆ, ਅਤੇ ਉਹਦੇ ਵਿੱਚ 6 ਕੁਇੰਟਲ ਸਾਈਲੇਜ ਆਪਾਂ ਇੱਕ ਬੈਗ ਦੇ ਵਿੱਚ ਉਹਨੂੰ ਪ੍ਰੈਸ ਕਰਕੇ ਭਰ ਸਕਦੇ ਹਾਂ। ਉਹਦੀ ਟੈਕਨੀਕ ਕੀ ਆ, ਸਾਡੇ ਜਿਹੜੇ ਮੈਗਜ਼ੀਨ ਨੇ ਉਹਦੇ ਵਿੱਚ ਵੀ ਲੇਖਾਂ ਦੇ ਵਿੱਚ ਹੁੰਦੀ ਆ, ਸਾਡੀਆਂ ਬੁੱਕਸ ਦੇ ਵਿੱਚ ਵੀ ਨੇ, ਸਾਡਾ ਸਾਹਿਤ ਆ ਜਿਹੜਾ ਉਹ ਉਹਦੇ ਵਿੱਚ ਸਾਰਾ ਦਿੱਤਾ ਹੋਇਆ। ਅਤੇ ਇਸ ਤਰ੍ਹਾਂ 8-10 ਬੈਗ ਭਰ ਕੇ ਉਹ 2-3 ਜਾਨਵਰਾਂ ਲਈ, 4 ਜਾਨਵਰਾਂ ਲਈ ਆਪਾਂ ਉਹਨੂੰ ਸਾਈਲੇਜ ਜਿਹੜਾ ਕਈ ਮਹੀਨੇ ਦਾ ਉਹਦੇ ਵਿੱਚ ਰੱਖ ਸਕਦੇ ਹਾਂ, ਬੈਗ ਸਾਈਲੇਜ ਜਿਹਨੂੰ ਕਹਿੰਦੇ ਆ। ਜੀ ਡਾਕਟਰ ਸਾਹਿਬ, ਹੁਣ ਇੱਕ ਆਮ ਸਾਡੇ
ਜਿਹੜਾ ਜਾਗਰੂਕ ਪਸ਼ੂ ਪਾਲਕ ਆ, ਕਿਉਂਕਿ ਆਪਾਂ ਅੱਜ ਗੱਲ ਜਿਹੜੀ ਆ ਉਹ ਪੌਸ਼ਟਿਕਤਾ ਦੀ ਜਾਗਰੂਕਤਾ ਦੀ ਕਰ ਰਹੇ ਹਾਂ, ਉਹਦੇ ਮਨ 'ਚ ਇਹ ਵੀ ਸਵਾਲ ਆਉਂਦਾ ਹੈ ਕਿ ਬਾਜ਼ਾਰ ਦੇ ਵਿੱਚ ਬੜੀ ਤਰ੍ਹਾਂ ਦੀ ਫੀਡ ਜਿਹੜੀ ਉਹ ਮੁਹੱਈਆ ਤੇ ਘਰ ਦੇ ਵਿੱਚ ਵੀ ਆਪਾਂ ਵਿਉਂਤਣਾ ਬਣਾ ਸਕਦੇ ਹਾਂ, ਕੋਈ ਰੌਕਟ ਸਾਇੰਸ ਨਹੀਂ ਇਹਦੇ 'ਚ। ਹੁਣ ਇੱਥੇ ਗੱਲ ਇਹ ਆ ਜਾਂਦੀ ਆ ਕਿ ਉਹ ਕਿਸ ਤਰੀਕੇ ਨਾਲ ਇਸ ਗੱਲ ਦੇ ਉੱਤੇ ਨਿਸ਼ਚਾ ਲਏ ਕਿ ਮੈਂ ਕੋਈ ਘਰ ਦੀ ਫੀਡ ਪਾਉਣੀ ਆ ਕਿ ਮੈਂ ਬਾਜ਼ਾਰੀ ਫੀਡ ਲਵਾਂ, ਉਹ ਕਿਸ ਤਰੀਕੇ ਨਾਲ ਜਿਹੜਾ ਇਹਦੀ ਪਰਖ ਕਰ ਸਕਦਾ ਜੀ? ਹਾਂਜੀ ਹਰਪ੍ਰੀਤ ਜੀ, ਇਸ ਤਰ੍ਹਾਂ ਕਿ ਕਿਸਾਨ ਵੀਰਾਂ ਨੂੰ ਜਿਹੜੀ ਫੀਡ ਦੀ ਹਜੇ ਵੀ ਮੈਂ ਦੇਖਿਆ ਕਿ ਬਹੁਤ ਜ਼ਿਆਦਾ ਜਿਹੜੀ ਉਹ ਅਵੇਅਰਨੈਸ ਨਹੀਂ ਹੈਗੀ, ਧਿਆਨ ਨਹੀਂ ਦਿੰਦੇ ਜਾਂ ਕਹਿ ਲਓ ਅਵੇਸਲੇ ਹੋ ਜਾਂਦੇ ਆ। ਜੀ, ਮੇਰੀ ਮੇਰੀ ਗੁਜ਼ਾਰਿਸ਼ ਹੈ ਕਿਸਾਨ ਵੀਰਾਂ ਨੂੰ ਕਿ ਆਪਣੇ ਪਸ਼ੂ ਦੀਆਂ ਜਿਹੜੀਆਂ ਖੁਰਾਕੀ ਲੋੜਾਂ ਨੇ ਉਹਨਾਂ ਬਾਰੇ ਉਹ ਪੜ੍ਹਨ। ਸਾਡਾ ਪੰਜਾਬੀ 'ਚ ਲਿਟਰੇਚਰ ਆ, ਯੂਨੀਵਰਸਿਟੀ ਨਾਲ ਰਾਬਤਾ ਕਾਇਮ ਕਰਨ, ਉਹਦੀਆਂ ਕੀ ਖੁਰਾਕੀ ਲੋੜਾਂ ਨੇ, ਤੁਹਾਡੇ ਕੋਲ ਕਿਸ ਤਰ੍ਹਾਂ ਦਾ ਹਰਾ ਚਾਰਾ ਜਾਂ ਸਾਈਲੇਜ ਆ, ਉਹਦੇ ਹਿਸਾਬ ਨਾਲ ਵੰਡ ਬਣਦਾ। ਹੁਣ ਅਸੀਂ ਤਾਂ ਇਹ ਕਹਿੰਦੇ ਆ ਕਿ ਵੰਡ ਆ ਜਿਹੜਾ ਉਹ ਤੁਸੀਂ ਆਪ ਬਣਾਓ, ਖੁਦ ਬਣਾਓ, ਵਸਤਾਂ ਲੈ ਕੇ ਜਾਂ ਆਪਣੇ ਫਾਰਮੂਲੇ ਮੁਤਾਬਕ ਬਣਾਓ। ਲੇਕਿਨ ਜੇ ਕਈ ਵਾਰ ਤੁਹਾਨੂੰ ਇਹ ਮੁਸ਼ਕਲ ਆਉਂਦੀ ਆ ਕਿ ਹਰੇਕ ਤਰ੍ਹਾਂ ਦਾ ਵੰਡ ਸਾਨੂੰ ਬਣਾਉਣਾ ਮੁਸ਼ਕਲ ਹੁੰਦਾ, ਥੋੜ੍ਹੇ ਪਸ਼ੂ ਨੇ, ਤਾਂ ਤੁਸੀਂ ਇੱਕ ਵਧੀਆ ਕੁਆਲਿਟੀ ਦੀ ਫੀਡ ਆ ਜਿਹੜੀ ਉਹ ਲੈ ਸਕਦੇ ਹੋ। ਲੇਕਿਨ ਕੋਸ਼ਿਸ਼ ਕਰੋ ਕਿ 2-3 ਮਹੀਨੇ ਬਾਅਦ ਇੱਕ ਵਾਰ ਯੂਨੀਵਰਸਿਟੀ ਤੋਂ ਚੈੱਕ ਜ਼ਰੂਰ ਕਰਵਾ ਲਿਆ ਕਰੋ, ਕੋਈ ਜ਼ਿਆਦਾ ਫੀਸ ਨਹੀਂ ਲੱਗਦੀ। ਤੇ ਉਹ ਅਸੀਂ ਇੱਕ ਕੰਪਲੀਟ ਉਹਦਾ ਚੈੱਕ ਕਰਕੇ ਵੀ ਇਹਦੇ ਵਿੱਚ ਕੀ ਖੁਰਾਕੀ ਤੱਤ ਨੇ ਉਹ ਤੁਹਾਨੂੰ ਰਿਪੋਰਟ ਦੇ ਸਕਦੇ ਹਾਂ, ਤਾਂ ਕਿ ਤੁਸੀਂ ਵੀ ਨਿਸ਼ਚਿੰਤ ਰਹੋ ਵੀ ਉਹਦੇ ਵਿੱਚ ਕੋਈ ਜਿੰਨੇ ਅਸੀਂ ਚਾਹੁੰਦੇ ਉਹਨੇ ਖੁਰਾਕੀ ਤੱਤ ਹੈਗੇ ਆ। ਇਸ ਤੋਂ ਬਿਨਾਂ ਜੇ ਫੀਡ ਤੁਸੀਂ ਆਪ ਬਣਾਉਣੀ ਆ ਕਿ ਨਾ, ਮੇਰਾ ਤਾਂ ਇਹੀ ਹੈਗਾ ਬੇਨਤੀ ਕਿਸਾਨ ਵੀਰਾਂ ਨੂੰ ਕਿ ਫੀਡ ਆਪ ਬਣਾਓ, ਅਵੇਅਰ ਹੋਵੋ, ਪੜ੍ਹੋ, ਜਾਣੋ, ਯੂਨੀਵਰਸਿਟੀ ਮਿਲੋ ਸਾਇੰਸਦਾਨਾਂ ਨੂੰ ਕਿ ਉਹਦੇ ਵਿੱਚ ਫੀਡ ਦੇ ਵਿੱਚ ਕੀ ਪੈਣਾ, ਉਹ ਸਾਰਾ ਕੁਝ ਤੁਹਾਨੂੰ ਜਾਣਕਾਰੀ ਉਹ ਦਿੱਤੀ ਜਾਊਗੀ। ਤੇ ਹਰੇਕ ਪਸ਼ੂ ਦੀ ਤੇ ਚਾਰੇ ਦੀ ਕੁਆਲਿਟੀ ਦੇ ਹਿਸਾਬ ਨਾਲ ਵੀ ਕਿੰਨਾ ਦੁੱਧ ਦੇ ਰਿਹਾ, ਕਿਸ ਤਰ੍ਹਾਂ ਦੀ ਚਾਰੇ ਦੀ ਕੁਆਲਿਟੀ ਹੈ, ਉਸ ਹਿਸਾਬ ਨਾਲ ਉਹ ਫੀਡ ਦਾ ਜਿਹੜਾ ਫਾਰਮੂਲਾ ਤੈਅ ਹੁੰਦਾ। ਬਾਕੀ ਮੈਂ ਇੱਥੇ ਇੱਕ ਗੁਜ਼ਾਰਿਸ਼ ਕਰਨੀ ਚਾਹੁੰਦਾ ਕਿ ਕਿਸਾਨ ਵੀਰਾਂ ਨੂੰ ਅੱਜ ਕੱਲ੍ਹ ਬਹੁਤ ਪ੍ਰਾਈਵੇਟ ਕੰਪਨੀਆਂ ਵਾਲੇ ਆਪਣੇ ਸਪਲੀਮੈਂਟ ਵਗੈਰਾ ਜਾਂ ਹੋਰ ਬਹੁਤ ਤਰ੍ਹਾਂ ਦੇ ਵੇਚਦੇ ਆ। ਬਿਲਕੁਲ ਉਹਨਾਂ ਦੀ ਲੋੜ ਹੁੰਦੀ ਆ, ਲੇਕਿਨ ਕਿਸਾਨ ਵੀਰਾਂ ਨੂੰ ਉਹਨਾਂ 'ਤੇ ਪੈਸੇ ਖਰਚਣ ਤੋਂ ਪਹਿਲਾਂ ਉਹਦੇ ਬਾਰੇ ਪੂਰਾ ਜਾਣਨਾ ਬਹੁਤ ਜ਼ਰੂਰੀ ਆ, ਮਾਹਰ ਤੋਂ ਸਲਾਹ ਲੈਣੀ ਬਹੁਤ ਜ਼ਰੂਰੀ ਆ। ਐਵੇਂ ਕਿਸੇ ਦੇ ਮਗਰ ਲੱਗ ਕੇ ਉਹਨਾਂ ਚੀਜ਼ਾਂ 'ਤੇ ਪੈਸੇ ਨਾ ਲਾਓ ਜਿਹਦੀ ਕਈ ਵਾਰ ਲੋੜ ਵੀ ਨਹੀਂ ਹੁੰਦੀ। ਜਿਸ ਤਰ੍ਹਾਂ ਆਪਾਂ ਕੈਲਸ਼ੀਅਮ ਵਾਧੂ ਪਲਾਈ ਜਾਂਦੇ ਆ, ਜਿਹਦੀ ਬਹੁਤ ਜ਼ਿਆਦਾ ਲੋੜ ਵੀ ਨਹੀਂ ਹੁੰਦੀ, ਉਹਦੇ ਤੋਂ ਜ਼ਰੂਰ ਬਚਣਾ ਚਾਹੀਦਾ। ਮਿਨਰਲ ਮਿਕਸਚਰ ਆ ਜਿਹੜਾ ਯੂਨੀਵਰਸਿਟੀ ਤੋਂ ਬੜੇ ਠੀਕ ਰੇਟ 'ਤੇ ਅਸੀਂ ਦਿੰਦੇ ਆ, ਤੁਸੀਂ ਆ ਕੇ ਸਾਤੋਂ ਮਿਨਰਲ ਮਿਕਸਚਰ ਲਿਜਾ ਸਕਦੇ ਹੋ। ਆਪਣੇ ਪਸ਼ੂਆਂ ਨੂੰ ਸਾਰਾ ਸਾਰ ਮਿਨਰਲ ਮਿਕਸਚਰ ਪਾਉਣਾ ਬਹੁਤ ਜ਼ਰੂਰੀ ਆ, ਜਿਹਦੇ ਨਾਲ ਤਾਂ ਕਿ ਗੱਭਣ ਹੋਣ ਦੀ ਜਿਹੜੀ ਮੁਸ਼ਕਿਲ ਆ ਉਹ ਵੀ ਖਤਮ ਹੋ ਜੂ, ਉਹਦੀ ਸਿਹਤ ਵੀ ਠੀਕ ਰਹਿੰਦੀ ਆ, ਉਹਦਾ ਵਾਧਾ ਵੀ ਠੀਕ ਹੁੰਦਾ। ਮਿਨਰਲ ਮਿਕਸਚਰ ਇਹ ਤਾਂ ਇੱਕ ਪਹਿਲੀ ਕਹਿ ਲਓ ਕੜੀ ਆ ਸੰਤੁਲਿਤ ਖੁਰਾਕ ਦੀ ਕਿ ਮਿਨਰਲ ਮਿਕਸਚਰ ਸਾਰਾ ਸਾਲ ਹਰ ਪਸ਼ੂ ਨੂੰ ਜ਼ਰੂਰ ਪੈਣਾ ਚਾਹੀਦਾ ਉਹਦੀ ਲੋੜ ਮੁਤਾਬਕ। ਡਾਕਟਰ ਸਾਹਿਬ, ਜਿਵੇਂ ਤੁਸੀਂ ਆ ਮਿਨਰਲ ਮਿਕਸਚਰ ਦੀ ਗੱਲ ਕੀਤੀ, ਮੈਂ ਵੀ ਪਿੱਛੇ ਤੁਹਾਡੇ ਰਸਾਲੇ 'ਚ ਪੜ੍ਹਿਆ ਸੀ ਵੀ ਤੁਸੀਂ ਕੋਈ ਇਲਾਕਿਆਂ 'ਤੇ ਆਧਾਰਿਤ ਵੀ ਕਹਿੰਦੇ ਮਿਨਰਲ ਮਿਕਸਚਰ ਬਣਾਇਆ, ਤੇ ਨਾਲੇ ਹੋਰ ਵੀ ਕੋਈ ਬਾਈਪਾਸ ਕੋਈ ਆਪਣੀ ਪ੍ਰੋਟੀਨ ਇਹੋ ਜਿਹੀਆਂ ਚੀਜ਼ਾਂ ਵੀ ਜੋ ਕੋਈ ਤਿਆਰ ਕੀਤੀਆਂ ਜੀ, ਉਹ ਵੀ ਕਾਫੀ ਮਹੱਤਵ ਹੈ ਉਹਦਾ। ਹਾਂਜੀ ਬਿਲਕੁਲ ਹਰਪ੍ਰੀਤ ਜੀ, ਇਸ ਤਰ੍ਹਾਂ ਕਿ ਪੰਜਾਬ ਨੂੰ ਅਸੀਂ 3 ਜ਼ੋਨ ਦੇ ਵਿੱਚ ਵੰਡਿਆ। ਅੱਛਾ ਜੀ। ਸਾਊਥ ਵੈਸਟ ਜ਼ੋਨ, ਜਿਹਦੇ ਵਿੱਚ ਆਪਣਾ ਮਾਲਵੇ ਦਾ ਜਿਹੜਾ ਦੱਖਣ ਪੱਛਮੀ ਹਿੱਸਾ, ਜਿਸ ਤਰ੍ਹਾਂ ਬਠਿੰਡਾ, ਮੁਕਤਸਰ ਜੀ, ਅਬੋਹਰ, ਫਾਜ਼ਿਲਕਾ, ਫਰੀਦਕੋਟ ਇਹ ਏਰੀਆ ਆਉਂਦਾ, ਮਾਨਸਾ। ਸੈਂਟਰਲ ਜ਼ੋਨ ਜਿਹਦੇ ਵਿੱਚ ਜਲੰਧਰ, ਪਟਿਆਲਾ, ਲੁਧਿਆਣਾ, ਅੰਮ੍ਰਿਤਸਰ, ਕਪੂਰਥਲਾ ਇਹ ਆਉਂਦੇ ਆ ਜੀ, ਤੇ ਤਰਨਤਾਰਨ ਵੀ। ਇਸ ਤੋਂ ਬਿਨਾਂ ਇੱਕ ਕੰਢੀ ਜ਼ੋਨ ਜਿਹਦੇ ਵਿੱਚ ਰੋਪੜ, ਮੋਹਾਲੀ, ਹੁਸ਼ਿਆਰਪੁਰ ਤੇ ਗੁਰਦਾਸਪੁਰ ਦਾ ਕੁਛ ਏਰੀਆ ਉਹ ਆਉਂਦੇ ਆ ਜੀ। ਤੇ ਹਰੇਕ ਜਿਹੜੇ ਇਹ ਜ਼ੋਨ ਨੇ ਇਹਦੇ ਵਿੱਚ ਮਿੱਟੀ ਦੇ ਵਿੱਚ ਜਿਹੜੇ ਖਣਿਜ ਨੇ, ਮਿਨਰਲਸ ਨੇ, ਉਹਨਾਂ ਦੀ ਜਿਹੜੀ ਅਵੇਲੇਬਿਲਟੀ ਜਾਂ ਕਹਿ ਲਓ ਉਹਨਾਂ ਦੀ ਮੌਜੂਦਗੀ ਆ ਉਹ ਥੋੜ੍ਹੀ ਫਰਕ ਆ, ਅਲੱਗ ਆ। ਤੇ ਉਹੀ ਜਿਹੜੇ ਧਾਤਾਂ ਨੇ ਉਹ ਚਾਰੇ 'ਚ ਆਉਂਦੀਆਂ ਨੇ, ਤੇ ਉਹ ਜਿਹੜੀ ਘਾਟ ਆ ਜਿੱਥੇ ਜਿਹੜੀ ਮਿੱਟੀ 'ਚ, ਉਹਦੇ ਹਿਸਾਬ ਨਾਲ ਅਸੀਂ ਮਿਨਰਲ ਮਿਕਸਚਰ ਬਣਾਇਆ, ਜਿਹਨੂੰ ਕਹਿੰਦੇ ਆ ਏਰੀਆ ਸਪੈਸਿਫਿਕ ਮਿਨਰਲ ਮਿਕਸਚਰ ਔਰ ਇਲਾਕਾ ਨਿਰਧਾਰਤ ਧਾਤਾਂ ਦਾ ਚੂਰਾ ਜੀ। ਉਹ 3 ਤਰ੍ਹਾਂ ਦਾ ਸਾਡੇ ਕੋਲ ਹੈਗਾ। ਉਹਦੇ ਨਾਲ ਕੀ ਹੁੰਦਾ ਕਿ ਲੋੜ ਤੋਂ ਵੱਧ ਕੋਈ ਅਸੀਂ ਨਾ ਦਈਏ ਮਿਨਰਲ, ਕਿਉਂਕਿ ਮਿਨਰਲ ਇਸ ਤਰ੍ਹਾਂ ਦੀ ਚੀਜ਼ ਆ, ਧਾਤਾਂ ਜਿਹੜੀ ਲੋੜ ਤੋਂ ਵੱਧ ਦਿੱਤੀਆਂ ਵੀ ਨੁਕਸਾਨ ਕਰਦੀਆਂ ਨੇ। ਠੀਕ ਹੈ ਜੀ। ਜਿਹੜੀ ਘਾਟ ਆ ਉਹੀ ਦਈਏ, ਜਿਹਦੀ ਲੋੜ ਆ ਉਹੀ ਦਈਏ। ਤੇ ਉਹਦੇ ਲਈ ਅਸੀਂ ਇਹ ਇਲਾਕਾ ਨਿਰਧਾਰਤ ਆ ਜਿਹੜਾ ਉਹ ਧਾਤਾਂ ਦਾ ਮਿਸ਼ਰਣ ਉਹ ਬਣਾਇਆ। ਤੇ ਇੱਥੋਂ ਯੂਨੀਵਰਸਿਟੀ ਤੋਂ ਪਸ਼ੂ ਆਹਾਰ ਵਿਭਾਗ ਤੋਂ 60 ਰੁਪਏ ਪ੍ਰਤੀ ਕਿਲੋ 10 ਕਿਲੋ ਦਾ ਬੈਗ 600 ਦਾ ਉਪਲਬਧ ਆ, ਉਹ ਕਿਸਾਨ ਵੀਰ ਲਿਜਾਣ ਤੇ ਉਹਦਾ ਫਾਇਦਾ ਉਠਾਉਣ ਜੀ। ਤੇ ਇਸ ਤੋਂ ਬਿਨਾਂ ਇੱਕ ਬਾਈਪਾਸ ਫੈਟ ਅਸੀਂ ਦਿੰਦੇ ਆ, ਉਹ ਜਿਹੜੇ ਜ਼ਿਆਦਾ ਦੁੱਧ ਵਾਲੇ ਪਸ਼ੂ ਨੇ, ਨੈਗੇਟਿਵ એનર્ਜੀ ਬੈਲੈਂਸ ਆ ਉਹਨਾਂ ਲਈ ਹੈ। ਇਸ ਤੋਂ ਬਿਨਾਂ ਇੱਕ ਯੂਰੋਮਲ ਲਿਕ ਦਿੰਦੇ ਆ, ਜਿਹੜੇ ਕਹਿ ਲਓ ਵੀ ਕਿਸਾਨ ਵੀਰ ਮਿਨਰਲ ਮਿਕਸਚਰ ਹਰ ਵਕਤ ਨਹੀਂ ਲਿਜਾ ਸਕਦੇ ਜਾਂ ਉਹਨਾਂ ਨੂੰ ਉਹਨਾਂ ਨਹੀਂ ਨੌਲੇਜ ਹੈਗੀ, ਅਵੇਅਰ ਗਿਆਨ ਕਿ ਸੰਤੁਲਿਤ ਪਸ਼ੂ ਖੁਰਾਕ ਸਾਰਾ ਸਾਲ ਪਾ ਸਕਣ,
ਉਹ ਆਪਣੀ ਇੱਕ ਪਸ਼ੂ ਚਾਰਟ ਰੱਖ ਦਿੰਦੇ ਆ, ਉਹਦੇ ਨਾਲ ਜਿਹੜੀ ਉਹਦੀਆਂ ਘਾਟਾਂ ਨੇ ਪ੍ਰੋਟੀਨ ਦੀਆਂ, ਧਾਤਾਂ ਦੀਆਂ, ਲੂਣ ਦੀਆਂ, ਉਹ ਕਾਫੀ ਹੱਦ ਤੱਕ ਪੂਰੀਆਂ ਹੋ ਜਾਂਦੀਆਂ ਨੇ ਤੇ ਪਸ਼ੂ ਸਹੀ ਸਮੇਂ ਤੇ ਗੱਭਣ ਵੀ ਹੋ ਜਾਂਦਾ ਤੇ ਉਤਪਾਦਨ ਵੀ ਸਹੀ ਰਹਿੰਦਾ। ਜੀ ਡਾਕਟਰ ਗਰੇਵਾਲ, ਬੜੇ ਵਧੀਆ ਉਪਰਾਲੇ ਨੇ ਇਹੋ ਜਿਹੇ ਜਿਹੜੇ ਯੂਨੀਵਰਸਿਟੀ ਕਰ ਰਹੀ ਆ ਕਿ ਜਿੱਥੇ ਕਿਤੇ ਜਿਸ ਤਰੀਕੇ ਦੀ ਘਾਟ ਆ ਜਾਂ ਜਿਹੋ ਜਿਹੀ ਲੋੜ ਆ ਉਹਦੇ ਮੁਤਾਬਕ ਜਿਹੜਾ ਵਾ ਪਸ਼ੂਆਂ ਵਾਸਤੇ ਖੁਰਾਕ ਜਿਹੜੀ ਤਿਆਰ ਕੀਤੀ ਜਾਏ। ਹੁਣ ਡਾਕਟਰ ਸਾਹਿਬ, ਇੱਕ ਵੇਖੋ ਆਪਾਂ ਚਾਰਿਆਂ ਦੇ ਚਾਰ ਦੀ ਗੱਲ ਕੀਤੀ ਤੇ ਅਸੀਂ ਪਰੰਪਰਾਗਤ ਜਿਹੜੀ ਆ ਉਹ ਪਸ਼ੂ ਪਾਲਣ ਕਰਦੇ ਆ, ਉਹ 'ਚ ਹਰੇ ਪੱਠੇ ਦਾ ਮਹੱਤਵ ਜਿਹੜਾ ਬੜਾ ਮੰਨਿਆ ਜਾਂਦਾ। ਤੇ ਮੈਨੂੰ ਹੋ ਸਕਦਾ ਵੀ ਅਸੀਂ ਸਾਈਕੋਲੋਜੀ ਤਾਂ ਨਹੀਂ ਜਾਣਦੇ, ਪਰ ਮਨੋਵਿਗਿਆਨ ਜਿਹੜਾ ਪਸ਼ੂ ਦਾ, ਹੋ ਸਕਦਾ ਪਸ਼ੂ ਨੂੰ ਜਿਹੜਾ ਉਹ ਹਰਾ ਪੱਠਾ ਜਿਹੜਾ ਵਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਚੰਗਾ ਲੱਗਦਾ ਹੋਏ। ਉਸ ਪੱਖੋਂ ਹਰੇ ਪੱਠੇ ਦਾ ਕੀ ਤੁਸੀਂ ਮਹੱਤਵ ਸਮਝਦੇ ਜੇ? ਬਿਲਕੁਲ ਇਸ ਤਰ੍ਹਾਂ ਜਿਹੜਾ ਆਪਾਂ ਇਹ ਹਫ਼ਤਾ ਮਨਾ ਰਹੇ ਹਾਂ, ਪਸ਼ੂ ਆਹਾਰ ਕਹਿ ਲਓ ਜਾਗਰੂਕ ਹਫ਼ਤਾ ਜੀ, ਉਹਦੇ ਵਿੱਚ ਜਾਗਰੂਕ ਹੋਣ ਵਾਲੇ ਕਿਸਾਨ ਵੀਰਾਂ ਨੂੰ ਮੈਂ ਇੱਕ ਸਭ ਤੋਂ ਜਿਹੜੀ ਮਹੱਤਵਪੂਰਨ ਗੱਲ ਇਹੀ ਕਹਾਂਗਾ ਕਿ ਹਰੇ ਚਾਰੇ ਦੀ ਗੁਣਵੱਤਾ ਬਾਰੇ ਜਾਗਰੂਕ ਹੋਵੋ। ਠੀਕ ਹੈ ਜੀ। ਜਦੋਂ ਆਪਾਂ ਪਸ਼ੂ ਆਹਾਰ ਦੀ ਗੱਲ ਕਰਦੇ ਹਾਂ ਤਾਂ ਮੇਰਾ ਖਿਆਲ ਆ 90% ਲੋਕਾਂ ਦੇ ਦਿਮਾਗ 'ਚ ਇੱਕੋ ਹੀ ਆਉਂਦਾ ਵੀ ਫੀਡ ਕਿਸ ਤਰ੍ਹਾਂ ਦੀ ਪਾਉਣੀ ਹੈ, ਜਦ ਕਿ ਆਪਾਂ ਇਹ ਭੁੱਲ ਜਾਂਦੇ ਹਾਂ ਕਿ ਖੁਰਾਕ ਦਾ 60% ਜਿਹੜਾ ਹਿੱਸਾ ਉਹ ਚਾਰੇ, ਸੁੱਕੇ, ਹਰੇ, ਸਾਈਲੇਜ ਇਹ ਹੁੰਦੇ ਆ। 60 ਤੋਂ 70% ਤੱਕ ਵੀ ਹੋ ਜਾਂਦੇ ਆ। ਤੇ ਜਦ ਤੱਕ ਉਹ ਹਿੱਸਾ ਅਸੀਂ ਨਿਗਲੈਕਟ ਕਰੀ ਰੱਖਿਆ ਜਾਂ ਉਹਦੇ ਵੱਲੋਂ ਬੇਧਿਆਨੇ ਹੋਏ ਰਹੇ ਤਾਂ ਸਾਡਾ ਜਿਹੜਾ ਨਾ ਤਾਂ ਪਸ਼ੂ ਦੀ ਸਿਹਤ ਠੀਕ ਰਹੇਗੀ, ਨਾ ਹੀ ਅਸੀਂ ਉਹਦੇ ਚੋਂ ਜਿਹੜੇ ਡੇਅਰੀ ਦੇ ਧੰਦੇ ਚੋਂ ਮੁਨਾਫਾ ਵੱਧ ਕਮਾ ਸਕਾਂਗੇ। ਇਸ ਕਰਕੇ ਉਹਦੀ ਗੁਣਵੱਤਾ ਤੋਂ ਭਾਵ ਆ ਵੀ ਉਹਦੇ ਜਿਹੜਾ ਚਾਰਾ ਤੁਸੀਂ ਬੀਜਣਾ ਉਹਦੇ ਵਿੱਚ ਖੁਰਾਕੀ ਤੱਤ, ਉਹਦੇ ਹਜਮ ਹੋਣ ਦੀ ਦਰ, ਉਹਦੀ ਸਹੀ ਸਟੇਜ ਵੱਢਣ ਦੀ ਕੀ ਆ। ਹੁਣ ਉਦਾਹਰਨ ਦੇ ਤੌਰ ਤੇ ਜਦੋਂ ਅਸੀਂ ਬਾਜਰਾ ਅੱਜ ਕੱਲ੍ਹ ਗਰਮੀਆਂ ਦੇ ਵਿੱਚ ਬੀਜਣਗੇ ਹੁਣ ਕਿਸਾਨ ਵੀਰ, ਇਹਦਾ ਜਿਹੜੇ ਖੁਰਾਕੀ ਤੱਤ ਨੇ, ਇੱਕ ਜੇ ਸਹੀ ਸਟੇਜ 'ਤੇ ਵੱਢਾਂਗੇ ਤਾਂ ਇਹ ਹਜਮ ਹੋਣ ਦੀ ਦਰ ਆ ਜਿਹੜੀ ਉਹ ਤਕਰੀਬਨ 60 ਤੋਂ 65% ਤੱਕ ਹੁੰਦੀ ਆ, ਜਿਹਨੂੰ ਬੂਟ ਸਟੇਜ ਕਹਿੰਦੇ ਆ, ਜਦੋਂ ਛਿੱਟਾ ਹਜੇ ਬਿਲਕੁਲ ਨਿਕਲਣਾ ਸ਼ੁਰੂ ਹੁੰਦਾ, ਹਜੇ ਪੂਰਾ ਨਹੀਂ ਨਿਕਲਦਾ। ਹੁਣ ਉਹੀ ਜੇ 10 ਦਿਨ ਵਧਾ ਕੇ ਅਸੀਂ ਵੱਢਿਆ, ਜਦੋਂ ਛਿੱਟਾ ਪੂਰਾ ਨਿਕਲ ਗਿਆ, ਉਹਦੇ ਜਿਹੜੇ ਹਜਮ ਹੋਣ ਦੀ ਦਰ ਆ 50% ਜਾਂ ਇਸ ਤੋਂ ਵੀ ਥੱਲੇ ਆ ਜਾਂਦੀ ਹੈ ਤੇ ਬਿਲਕੁਲ ਇੱਕਦਮ ਡਾਊਨ ਹੋ ਜਾਂਦੀ ਆ। ਇਹ ਇਸੇ ਤਰ੍ਹਾਂ ਵੱਧ ਘੱਟ ਸਾਰੇ ਚਾਰਿਆਂ 'ਚ ਸਹੀ ਸਟੇਜ ਆ, ਖਾਸ ਕਰ ਗਰਮੀ ਦੇ ਚਾਰਿਆਂ ਦੇ ਵਿੱਚ। ਹਾਂ, ਬਰਸੀਮ ਆ ਜਿਹੜਾ ਉਹਦੀ ਸਟੇਜ ਆ ਜਿਹੜੀ ਉਹ ਜ਼ਿਆਦਾ ਮਤਲਬ 10 ਕੁ ਦਿਨ ਇੱਧਰ ਉੱਧਰ ਹੋਣ ਜ਼ਿਆਦਾ ਫਰਕ ਨਹੀਂ ਪੈਂਦਾ, ਲੇਕਿਨ ਜਿਹੜੇ ਗਰਮੀਆਂ ਦੇ ਚਾਰੇ ਆ ਉਹ ਸਾਰਿਆਂ ਦੇ ਵਿੱਚ ਬਹੁਤ ਤੇਜ਼ੀ ਨਾਲ ਫਰਕ ਪੈਂਦਾ। ਜਮੀ ਦੇ ਵਿੱਚ ਵੀ ਇਸ ਤਰ੍ਹਾਂ ਹੀ ਆ, ਜਦੋਂ ਦਾਣਾ ਪੱਕ ਗਿਆ ਇੱਕਦਮ ਉਹਦੀ ਜਿਹੜੀ ਖੁਰਾਕੀ ਤੱਤ ਨੇ ਉਹ ਘਟ ਜਾਂਦੇ ਆ। ਤੇ ਜੇ ਬਹੁਤ ਹਰੇ ਚਾਰੇ ਵੱਢਾਂਗੇ, ਨਰਮ ਪਹਿਲਾਂ ਵੱਢਾਂਗੇ, ਉਹਦਾ ਝਾੜ ਘਟ ਜਾਂਦਾ। ਇੱਕ ਬੈਲੈਂਸ ਹੁੰਦਾ। ਇਸ ਕਰਕੇ ਜਦੋਂ ਮੈਂ ਅਵੇਅਰਨੈਸ ਦੀ ਗੱਲ ਕਰਦਾ ਪਸ਼ੂ ਆਹਾਰ ਬਾਰੇ, ਉਦੋਂ ਜਿਹੜੇ ਹਰੇ ਚਾਰਿਆਂ ਦੀ ਗੁਣਵੱਤਾ ਤੇ ਉਹਦੀ ਕਿੰਨੀ ਆਪਾਂ ਮਾਤਰਾ ਦੇਣੀ ਆ, 30 ਤੋਂ 35 40 ਕਿਲੋ ਤੱਕ ਪ੍ਰਤੀ ਪਸ਼ੂ ਪ੍ਰਤੀ ਦਿਨ, ਉਹ ਬਹੁਤ ਜ਼ਰੂਰੀ ਆ। ਇਸ ਤੋਂ ਬਾਅਦ ਫਿਰ ਧਾਤਾਂ ਤੇ ਵੰਡ ਦੀ ਮਹੱਤਤਾ ਨਾਲ ਉਹਦੇ ਉਨੀ ਹੋਈ ਆ, ਪਰ ਹਰੇ ਚਾਰੇ ਨੂੰ ਪਹਿਲਾਂ ਸਹੀ ਕਰੋ, ਉਸ ਤੋਂ ਬਾਅਦ ਵੰਡ ਤੇ ਧਾਤਾਂ ਦੀ ਉਹਦੀ ਗੱਲ ਹੈ। ਕਿਸਾਨ ਵੀਰੋ, ਜਿਵੇਂ ਡਾਕਟਰ ਗਰੇਵਾਲ ਗੱਲ ਕਰ ਰਹੇ ਆ, ਉਹਦੇ 'ਚ ਵੇਖੋ ਸਾਰੀਆਂ ਚੀਜ਼ਾਂ ਬੜੀਆਂ ਸੰਤੁਲਨ ਦੇ ਵਿੱਚ ਆ। ਆਪਾਂ ਆਪਣੇ ਸਰੀਰ ਦੀ ਗੱਲ ਵੀ ਕਰੀਏ, ਤੁਸੀਂ ਟੈਸਟ ਕਰਾਉਣ ਜਾਂਦੇ ਜੇ ਕਿਤੇ ਤੇ ਉਹਨਾਂ ਨੇ ਲਿਖਿਆ ਹੁੰਦਾ ਵੀ ਇਹ ਜਿਹੜੀ ਆ 1 ਤੋਂ 5 ਦੀ ਰੇਂਜ ਦੇ ਵਿੱਚ ਹੋਣਾ ਚਾਹੀਦਾ ਹੈ, ਉਹਦੇ ਵਿੱਚ ਰਹਿਣਾ ਚਾਹੀਦਾ। ਜੇ ਵੱਧ ਜਾਓ ਤਾਂ ਵੀ ਤੁਸੀਂ ਬਿਮਾਰ, ਜੇ ਘਟ ਜੇ ਤਾਂ ਵੀ। ਉਸੇ ਤਰੀਕੇ ਨਾਲ ਜਿਹੜੀ ਪਸ਼ੂ ਖੁਰਾਕ ਆ ਉਹਦੇ ਵਿੱਚ ਵੀ ਸਾਨੂੰ ਇਹ ਸਾਰੇ ਸੰਤੁਲਨ ਜਿਹੜੇ ਆ ਉਹ ਕਾਇਮ ਰੱਖਣੇ ਬਣਦੇ ਨੇ, ਤਾਂ ਕਿ ਸਾਡਾ ਪਸ਼ੂ ਜਿਹੜਾ ਹੈ ਉਹ 9x9 ਰਹੇ, ਉਹਦੀ ਸਿਹਤ ਚੰਗੀ ਰਹੇ, ਤਾਂ ਇਹ ਉਹ ਵਧੀਆ ਤਰੀਕੇ ਨਾਲ ਜਿਹੜੀ ਪੌਸ਼ਟਿਕਤਾ ਦੀਆਂ ਲੋੜਾਂ ਦੀਆਂ ਪੂਰੀਆਂ ਸਕਣ। ਹੁਣ ਡਾਕਟਰ ਗਰੇਵਾਲ, ਇੱਕ ਮੇਰੇ ਦਿਮਾਗ 'ਚ ਹੋਰ ਸਵਾਲ ਆਉਂਦਾ ਕਿ ਜਿਹੜਾ ਗੱਭਣ ਪਸ਼ੂ ਆ ਉਹਨੇ ਸਾਡੇ ਡੇਅਰੀ ਫਾਰਮ ਦੀ ਅਗਲੀ ਨਸਲ ਜਿਹੜੀ ਦੇਣੀ ਹੁੰਦੀ ਹੈ। ਬਿਲਕੁਲ। ਇਸ ਕਰਕੇ ਗੱਭਣ ਪਸ਼ੂ ਦੀ ਖੁਰਾਕ ਦੇ ਵਿੱਚ ਸਾਨੂੰ ਕੋਈ ਤਬਦੀਲੀਆਂ ਲਿਆਉਣੀ ਪੈਂਦੀਆਂ। ਉਹਦੀ ਖੁਰਾਕ ਦੇ ਵਿੱਚ ਸਾਨੂੰ ਕਿਸ ਤਰੀਕੇ ਨਾਲ, ਵੇਖੋ ਕਈ ਨਾ ਐਵੇਂ ਗੱਲਾਂ ਬੜੀਆਂ ਹੁੰਦੀਆਂ ਵੀ ਤੇਲ ਦਿਓ ਜੀ ਜਦੋਂ ਗੱਭਣ ਪਸ਼ੂ ਆ, ਇਹੋ ਜਿਹੀਆਂ ਕੁਛ ਗੱਲਾਂ ਭ੍ਰਾਂਤੀਆਂ ਕੋਈ ਹੈਗੀਆਂ, ਉਹ ਵੀ ਸਾਡੇ ਨਾਲ ਜ਼ਰੂਰ ਸਾਂਝੀਆਂ ਕਰੋ ਵੀ ਪਸ਼ੂ ਪਾਲਕ ਉਹਨਾਂ ਨੂੰ ਬਚ ਕੇ ਰਹੇ। ਇਸ ਤਰ੍ਹਾਂ ਹਰਪ੍ਰੀਤ ਜੀ ਕਿ ਗੱਭਣ ਪਸ਼ੂ ਦੀ ਜਿਹੜੀ ਕੇਅਰ ਆ, ਜਿਹਨੂੰ ਆਪਾਂ ਟ੍ਰਾਂਜੀਸ਼ਨ ਐਨੀਮਲ ਮੈਨੇਜਮੈਂਟ ਜਾਂ ਟ੍ਰਾਂਜੀਸ਼ਨ ਫੀਡ ਕਹਿੰਦੇ ਆ, ਅੱਜ ਕੱਲ੍ਹ ਕਾਫੀ ਫੀਡ ਕੰਪਨੀਆਂ ਨੇ ਟ੍ਰਾਂਜੀਸ਼ਨ ਫੀਡ ਵੇਚਦੀਆਂ ਨੇ ਜੀ। ਉਹ ਟ੍ਰਾਂਜੀਸ਼ਨ ਫੀਡ ਕੀ ਹੁੰਦੀ ਆ, ਉਹਦੇ ਬਾਰੇ ਮੈਂ ਸਿਰਫ ਇੰਨਾ ਹੀ ਕਹਾਂਗਾ ਕਿ ਟ੍ਰਾਂਜੀਸ਼ਨ ਫੀਡ ਜਿਹੜੀ ਸੂਣ ਤੋਂ 1 ਮਹੀਨਾ ਪਹਿਲਾਂ ਸ਼ੁਰੂ ਕਰਨੀ ਆ। ਉਸ ਤੋਂ ਪਹਿਲਾਂ ਜਿਹੜਾ ਟਾਈਮ ਹੁੰਦਾ, ਟੈਕਨੀਕਲੀ ਆਪਾਂ ਇਹ ਕਹਿੰਦੇ ਆ ਵੀ ਸੂਣ ਤੋਂ 2 ਮਹੀਨੇ ਪਹਿਲਾਂ ਡਰਾਈ ਕਰਨਾ। ਚਲੋ ਜੇ ਵੱਧ ਵੀ ਡਰਾਈ ਰਹਿ ਗਿਆ, ਦੁੱਧੋਂ ਪਹਿਲਾਂ ਭੱਜ ਗਿਆ ਪਸ਼ੂ, ਤਾਂ ਜਿਹੜਾ ਉਸ ਤੋਂ ਪਹਿਲਾਂ ਦਾ ਟਾਈਮ ਆ 2-2.5 ਕਿਲੋ ਨੋਰਮਲ ਫੀਡ, ਚਾਰਾ ਤੇ ਤੂੜੀ ਪਾ ਦਿਓ, ਕੋਈ ਜ਼ਿਆਦਾ ਉਹਨੂੰ ਖੁਰਾਕੀ ਤੱਤਾਂ ਦੀ ਲੋੜ ਨਹੀਂ ਹੁੰਦੀ। ਹਾਂ, ਜਦੋਂ 1 ਮਹੀਨਾ ਸੂਣ 'ਚ ਰਹਿ ਗਿਆ, ਉਦੋਂ ਸਾਨੂੰ ਸਪੈਸ਼ਲ ਕੇਅਰ ਕਰਨੀ ਪੈਂਦੀ ਆ। ਜੇ ਅਸੀਂ ਕਰਾਂਗੇ ਤਾਂ ਸੂਣ ਤੋਂ ਬਾਅਦ ਆ ਜਿਹੜਾ ਦੁੱਧ ਉਹ ਵੱਧ ਆਏਗਾ। ਜੇ ਅਸੀਂ ਪਹਿਲਾਂ ਕੇਅਰ ਨਹੀਂ ਕੀਤੀ ਤਾਂ ਸੂਣ ਤੋਂ ਬਾਅਦ ਆ ਜਿਹੜਾ ਦੁੱਧ ਉਹ ਪੂਰਾ ਨਹੀਂ ਦੇਵੇਗਾ। ਪਹਿਲਾਂ ਕੀ ਕੇਅਰ ਕਰਨੀ ਆ, ਟ੍ਰਾਂਜੀਸ਼ਨ ਫੀਡ ਦੇ ਵਿੱਚ ਕੀ ਹੁੰਦਾ, ਉਹਦੇ ਵਿੱਚ ਇਸ ਤਰ੍ਹਾਂ ਕਿ ਇੱਕ ਤਾਂ ਅਸੀਂ 2-3 ਸਪਲੀਮੈਂਟ ਨੇ ਜਿਹੜੇ ਜ਼ਰੂਰ ਉਹ ਟ੍ਰਾਂਜੀਸ਼ਨ ਫੀਡ 'ਚ ਪਾਉਂਦੇ ਆ,
ਜਿਵੇਂ ਹਿਊਮਨ ਬਾਈਪਾਸ ਕੋਲੀਨ ਆ, ਉਹਦੇ ਨਾਲ ਲਿਵਰ ਹੈਲਥ ਆ ਜਿਹੜੀ ਉਹ ਵਧੀਆ ਰਹਿੰਦੀ ਆ। ਇਸ ਤੋਂ ਬਿਨਾਂ ਮਿਨਰਲ ਮਿਕਸਚਰ ਆ ਜਿਹੜਾ ਉਹ ਜ਼ਿਆਦਾ ਨਹੀਂ ਪਾਉਣਾ, ਲੋੜ ਤੋਂ ਵੱਧ ਕੈਲਸ਼ੀਅਮ ਨਾ ਜਾਵੇ। ਹਾਂ, ਨਾਰਮਲ ਮਾਤਰਾ ਦੇ ਵਿੱਚ 40-50 ਗ੍ਰਾਮ ਉਹ ਡੇਲੀ ਦਾ ਉਹ ਜ਼ਰੂਰ ਪਾਉਣਾ। ਤੇ ਇਸ ਤੋਂ ਬਿਨਾਂ ਤੀਜੀ ਜਿਹੜੀ ਚੀਜ਼ ਆ ਉਹ ਹੈ, ਆਪਾਂ ਜਿਹਨੂੰ ਟੈਕਨੀਕਲ ਭਾਸ਼ਾ 'ਚ ਗਲੂਕੋਜੈਨਿਕ ਪ੍ਰੀਕਰਸਰ ਕਹਿੰਦੇ ਆ, ਜਾਂ ਆਮ ਭਾਸ਼ਾ 'ਚ ਆਪਾਂ ਇਹ ਸਮਝ ਲਈਏ ਵੀ ਊਰਜਾ ਦੇਣ ਵਾਲੀ ਕੋਈ ਚੀਜ਼, ਜਿਸ ਤਰ੍ਹਾਂ ਅਨਾਜ ਨੇ, ਮੱਕੀ ਕਣਕ ਆ, ਉਹ ਜ਼ਰੂਰ ਪਸ਼ੂ ਨੂੰ ਕਿਲੋ ਦੇ ਵਿੱਚ ਅਨਾਜ ਕਿਲੋ ਦੇ ਕਰੀਬ ਜ਼ਰੂਰ ਪੈਣ, ਤੇ ਖੜਾ ਨੇ ਕਿਲੋ ਦੇ ਕਰੀਬ ਉਹ ਪੈਣ, ਤੇ ਜਿਹੜੇ ਬਾਈ ਪ੍ਰੋਡਕਟ ਨੇ ਚੋਕਰ ਵਗੈਰਾ 1 ਕਿਲੋ ਤੱਕ ਉਹ ਪਵੇ। ਮਿਨਰਲ ਮਿਕਸਚਰ ਆ ਜਿਹੜਾ ਉਹ 50 ਗ੍ਰਾਮ, ਲੂਣ ਬਹੁਤ ਘੱਟ 20 ਕੁ ਗ੍ਰਾਮ, ਜ਼ਿਆਦਾ ਲੂਣ ਨਹੀਂ, ਕਿਉਂਕਿ ਸੂਣ ਤੋਂ ਪਹਿਲਾਂ ਲੂਣ ਦੀ ਮਾਤਰਾ ਜਿਹੜੀ ਲੋੜ ਆ ਉਹ ਘੱਟ ਹੁੰਦੀ ਆ ਜੀ। ਤੇ ਆਪਾਂ ਟ੍ਰਾਂਜੀਸ਼ਨ ਫੀਡ ਦੇ ਵਿੱਚ ਲੂਣ ਆ ਜਿਹੜਾ ਉਹ ਅੱਧਾ ਕਿਲੋ ਤੋਂ 600 ਗ੍ਰਾਮ ਹੀ ਪਾਉਂਦੇ ਆ, ਜ਼ਿਆਦਾ ਨਹੀਂ ਪਾਉਂਦੇ। ਮਿਨਰਲ ਮਿਕਸਚਰ ਆ ਉਹ 1.5 ਕਿਲੋ ਟ੍ਰਾਂਜੀਸ਼ਨ ਫੀਡ ਦੇ ਵਿੱਚ ਜ਼ਰੂਰ ਪਾਉਣਾ ਚਾਹੀਦਾ। ਤੇ ਇਸ ਤੋਂ ਬਿਨਾਂ ਬਾਈਪਾਸ ਕੋਲੀਨ, ਤੇ ਕਈ ਵਾਰ ਜਿਹੜੇ ਜ਼ਿਆਦਾ ਦੁੱਧ ਦੇਣ ਵਾਲੇ ਪਸ਼ੂ ਹੁੰਦੇ ਆ ਉਹਨਾਂ ਨੂੰ ਅਸੀਂ ਵਿਟਾਮਿਨ ਈ ਤੇ ਵਿਟਾਮਿਨ ਐਚ, ਜਿਹਨੂੰ ਬਾਇਓਟਿਨ ਕਹਿੰਦੇ ਆ, ਉਹ ਵੀ ਫੀਡ ਦੇ ਵਿੱਚ ਪਾਉਂਦੇ ਆ। ਇਹ 3-4 ਚੀਜ਼ਾਂ ਹੁੰਦੀਆਂ ਨੇ ਜਿਹੜੀ ਟ੍ਰਾਂਜੀਸ਼ਨ ਫੀਡ ਦੇ ਵਿੱਚ ਅਸੀਂ ਐਕਸਟਰਾ ਦਿੰਦੇ ਆ। ਕਿਸਾਨ ਵੀਰੋ, ਇਹਨਾਂ ਨੰਬਰਾਂ ਨੂੰ ਜ਼ਰੂਰ ਯਾਦ ਰੱਖੋ, ਕਿਤੇ ਮੋਟੀ ਥਾਂ ਤੇ ਲਿਖ ਕੇ ਵੀ ਰੱਖ ਛੱਡੋ, ਤੇ ਗਾਂ ਜਦੋਂ ਵੀ ਤੁਹਾਨੂੰ ਕਿਤੇ ਕੋਈ ਇਹੋ ਜਿਹੀ ਲੋੜ ਪੈਂਦੀ ਆ, ਕੋਈ ਸਲਾਹ ਲੈਣੀ ਆ, ਤੇ ਮਾਹਰਾਂ ਦੇ ਨਾਲ ਸੰਪਰਕ 'ਚ ਰਹੋ। ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਮਾਹਰ ਹਰ ਵੇਲੇ ਤੁਹਾਡੇ ਪਸ਼ੂ ਧਨ ਦੀ ਸੇਵਾ ਵਾਸਤੇ ਹਾਜ਼ਰ ਨੇ। ਬਹੁਤ ਧੰਨਵਾਦ ਡਾਕਟਰ ਰਵਿੰਦਰ ਗਰੇਵਾਲ ਜੀ। ਥੈਂਕ ਯੂ।